सतगुरु बाणी विच भी कहंदे ने कि अवर जौन तेरी पनहारी इस धरती मैं तेरी सिखदारी जी तेनू ते बनाया सी सरदार पर तू सरदारां वाले ते कोई काम कीते नहीं। साहब कहंदे ने तेनू बहुत बार बनाया दुनिया दे समूह जीवां दा, दुनिया दे तमाम जीव तेरे पानी भरनहार हन पर तू साहब कहंदे ने अपनी इस उत्तम जाति वाली विचार नू भी गवा दिता। साहब होर फरमाउंदे ने कहंदे हों विच मूरख हों विच सियाणा, इस दी ये हालत है जे मूर्खता करे फिर भी अपनी मूर्खता तो करदा होया भी कई बार अपनी ही आकड़ विच अपने ही अभिमान विच रहिंदा, कहंदा मनदा ही नहीं उस गल नूं कि मैं मूर्खता कीती आ, अड़ जांदा उत्ते। ते जे सियाणप दी गल कर रहे तां भी कहंदा जी मेरे वर्गा कोई सियाणा नहीं, अपने आप नूं सब तो आमल फाजल समझ लैंदा। सतगुरु बड़े प्यार नाल कहंदे ने भाई हों विच जाति जिणसी खोवै हों विच मूर्ख हों विच सियाणा मोख मुक्त की सार न जाना। इस नूं पता ही नहीं लगा कि जीवन नूं रोगां तो मुक्त असल विच करना किदां। इसने हाँ जी बिल्कुल इसका कहने का मतलब है कि ਅਸੀਂ ਜਦ ਹੋਮੇ ਵਿੱਚ ਕਿੰਨੀ ਵਾਰੀ ਆ ਜਾਂਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ, ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਭਾਵੇਂ ਅਸੀਂ ਤੀਰਥ ਸਥਾਨ ਤੇ ਜਾਂਦੇ ਹਾਂ, ਭਾਵੇਂ ਅਸੀਂ ਦਾਨ ਪੁੰਨ ਕਰਨੇ ਆ, ਭਾਵੇਂ ਅਸੀਂ ਦੁਨੀਆ ਦੇ ਕੋਈ ਕੰਮ ਕਾਜ ਕਰਨੇ ਆ, ਪਰ ਸਾਡੇ ਹਰ ਕੰਮ ਕਾਜ ਵਿੱਚ ਕਿਤੇ ਨਾ ਕਿਤੇ ਹੋਮੇ ਸਾਡੇ ਤੇ ਹਾਵੀ ਹੁੰਦੀ ਹੈ। ਪਰ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ। ਅਸੀਂ ਤਾਂ ਕਹਿੰਦੇ ਜੀ ਨਹੀਂ ਅਸੀਂ ਤਾਂ ਕੋਈ ਅਹੰਕਾਰ ਨਹੀਂ ਕੀਤਾ, ਅਸੀਂ ਕੋਈ ਹੋਮੇ ਤੋਂ ਕਿਸੇ ਹੋਮੇ ਦੇ ਚੱਕਰਵਿਊਹ ਵਿੱਚ ਅਸੀਂ ਕਿਤੇ ਨਹੀਂ ਫਸੇ। ਪਰ ਇਸ ਤੋਂ ਇਹ ਸਮਝ ਆਉਂਦਾ ਹੈ ਜਿਸ ਤਰ੍ਹਾਂ ਗੁਰਬਾਣੀ ਵਿੱਚ ਇਹਨਾਂ ਨੇ ਤੁਕਾਂ ਵਿੱਚ ਅੱਗਾ ਕਿਹਾ ਹੈ ਗੁਰੂ ਸਾਹਿਬ ਨੇ ਹੋਮੇ ਦੀਰਕ ਰੋਗ ਹੈ, ਯਾਨੀ ਕਾਫੀ ਵੱਡਾ ਰੋਗ ਹੈ ਜਿਹੜਾ ਜਿਸ ਰੋਗ ਦਾ ਸਭ ਤੋਂ ਪਹਿਲਾਂ ਜੇਕਰ ਹਰ ਰੋਗ ਨੂੰ ਪਹਿਲੇ ਪਤਾ ਹੋਣਾ ਚਾਹੀਦਾ ਕਿ ਸਾਨੂੰ ਇਹ ਰੋਗ ਹੈ ਤਦ ਹੀ ਉਸ ਦਾ ਉਪਚਾਰ ਕਰਾਂਗੇ। ਪਰ ਹੋਮੇ ਇਸ ਤਰ੍ਹਾਂ ਦਾ ਇੱਕ ਰੋਗ ਹੈ ਜਿਹਦੇ ਵਿੱਚ ਸਾਨੂੰ ਖੁਦ ਹੀ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਇਸ ਰੋਗ ਤੋਂ ਕਈ ਵਾਰ ਉਪਚਾਰ ਉਹ ਕਰਦਾ ਹੀ ਵੀਰ ਜੀ, ਉਹ ਬੰਦਾ ਉਪਚਾਰ ਕਰਦਾ ਹੀ ਕਈ ਵਾਰ ਹੰਕਾਰੀ ਹੋ ਜਾਂਦਾ। ਜਿਵੇਂ ਅਸੀਂ ਗੁਰੂ ਸਾਹਿਬ ਦਾ ਆਸਰਾ ਲੈਂਦੇ ਹਾਂ ਕਿ ਚਲੋ ਬਾਣੀ ਪੜ੍ਹ ਲਈਏ, ਗੁਰਬਾਣੀ ਦਾ ਕੀਰਤਨ ਸ਼ਰਵਣ ਕਰ ਲਈਏ, ਗੁਰਬਾਣੀ ਦੀ ਵਿਚਾਰ ਸ਼ਰਵਣ ਕਰ ਲਈਏ, ਗੁਰਬਾਣੀ ਦੇ ਅਰਥ ਪੜ੍ਹ ਲਈਏ, ਉਸ ਵੇਲੇ ਵੀ ਸਾਡਾ ਹੰਕਾਰ ਚਰਮ ਸੀਮਾ ਤੇ ਹੁੰਦਾ। ਦੇਖਿਆ ਮੈਂ ਅੱਜ ਇੰਨੇ ਸੁਖਮਣੀ ਕਰ ਲਏ, ਦੇਖਿਆ ਮੈਂ ਅੱਜ ਇਤਨਾ ਜਪਜੀ ਪੜ੍ਹ ਦਿੱਤਾ, ਮੈਂ ਇਤਨੇ ਮੂਲ ਮੰਤਰਾਂ ਦੀ ਮਾਲਾ ਫੇਰ ਦਿੱਤੀ। ਤੇ ਫਿਰ ਇਸ ਰੋਗ ਤੋਂ ਕਿਵੇਂ ਮੁਕਤ ਹੋਈਏ? ਕਿਉਂਕਿ ਜੇਕਰ ਅਸੀਂ ਅੱਜ ਰੋਗਾਂ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਹੋਮੇ ਤੋਂ ਸ਼ੁਰੂ ਕੀਤੀ ਹੈ, ਤੇ ਇਸ ਰੋਗ ਦਾ ਉਪਚਾਰ ਕਰੀਏ। ਜਿਸ ਤਰ੍ਹਾਂ ਅਸੀਂ ਕਹਿੰਦੇ ਹੋਮੇ ਦੀਰਕ ਰੋਗ ਹੈ, ਦਾਰੂ ਵੀ ਇਸਮਾ ਹੈ। ਹਾਂਜੀ ਵੀਰ ਜੀ, ਇਹ ਗੁਰੂ ਨਾਨਕ ਸਾਹਿਬ ਦਾ ਜੋ ਅਸੀਂ ਸ਼ਲੋਕ ਹੁਣੇ ਪੜ੍ਹ ਰਹੇ ਸੀ ਉਸ ਦੇ ਨਾਲ ਹੀ ਲੱਗਦਾ ਗੁਰੂ ਅੰਗਦ ਸਾਹਿਬ ਜੀ ਦਾ ਇਹ ਅਗਲਾ ਪਾਰਟ ਹੈ, ਇਸ ਸ਼ਲੋਕ ਦਾ ਅਗਲਾ ਹਿੱਸਾ। ਉਸ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਏ। ਕਹਿੰਦੇ ਮਨੁੱਖ ਲੱਗਦਾ ਵੀ ਹੰਕਾਰ ਦੀ ਹੀ ਜਾਤੀ ਬਣਾ ਕੇ ਬੈਠਾ ਹੋਇਆ, ਹੰਕਾਰ ਵਿੱਚ ਹੀ ਰੁੱਝਾ ਹੋਇਆ ਤੇ ਹਉਮੈ ਦੇ ਅਧੀਨ ਹੀ ਆਪਣੇ ਸਾਰੇ ਕੰਮ ਕਰਦਾ। ਹਉਮੈ ਦੇ ਅਧੀਨ ਕੰਮ ਕਰਦਿਆਂ ਸਾਹਿਬ ਕਹਿੰਦੇ ਹਉਮੈ ਇਹੀ ਬੰਧਨ ਫਿਰ ਜੋਨੀ ਪਾਏ। ਹੰਕਾਰ ਦੇ ਬਹੁਤੇ ਬੰਧਨ ਇਸਨੇ ਚਾਹੇ ਧਰਮ ਦੇ ਨਾਂ ਤੇ ਜਾਂ ਸਮਾਜਿਕ ਤਲ ਤੇ ਜਾਂ ਪਰਿਵਾਰਕ ਤਲ ਤੇ ਵੀ ਆਪਾਂ ਕਈ ਵਾਰ ਦੇਖਦੇ ਹਾਂ ਜਿਹੜਾ ਬੰਦਾ ਪਰਿਵਾਰ ਦਾ ਮੋਹਤਬਾਰ ਹੁੰਦਾ ਉਹ ਸਾਰਿਆਂ ਤੇ ਰੋਹਬ ਬਣਾ ਕੇ ਰੱਖਦਾ ਕਿ ਮੇਰੀ ਚੱਲਣੀ ਚਾਹੀਦੀ ਆ, ਭਾਵੇਂ ਉਸ ਦੇ ਸਾਹਮਣੇ ਬੈਠਾ ਹੋਇਆ ਕੋਈ ਛੋਟਾ ਬੱਚਾ ਉਸ ਤੋਂ ਸਿਆਣੀ ਗੱਲ ਕਰਦਾ ਹੋਵੇ ਬਿਲਕੁਲ ਉਸ ਦੀ ਵੀ ਨਹੀਂ ਸੁਣਦਾ। ਕਹਿੰਦਾ ਮੈਂ ਹੰਕਾਰ ਵਿੱਚ ਹਾਂ। ਸਾਹਿਬ ਕਹਿੰਦੇ ਹਉਮੈ ਕਰਮ ਕਮਾਏ, ਤੇ ਇਸ ਹੰਕਾਰ ਦੇ ਅਧੀਨ ਹੋਇਆ ਸਤਿਗੁਰ ਕਹਿੰਦੇ ਹਉਮੈ ਇਹੀ ਬੰਧਨਾ ਫਿਰ ਜੋਨੀ ਪਾਏ। ਨਿਤ ਜੰਮਦਾ ਮਰਦਾ, ਇੱਕ ਤੇ ਹੈ ਨਾ ਵੀ ਮਰਨ ਤੋਂ ਬਾਅਦ ਜੰਮਣਾ ਮਰਨਾ ਸਮਝਿਆ ਜਾਂਦਾ, ਇੱਕ ਸਾਹਿਬ ਕਹਿੰਦੇ ਪਲ ਪਲ ਮਰ ਰਿਹਾ ਆਪਣੇ ਹੰਕਾਰ ਦੇ ਅਧੀਨ ਹੋਇਆ। ਜੇ ਕੋਈ ਇਸ ਨੂੰ ਅੱਗੋਂ ਕਹਿ ਦੇ ਕਿ ਤੁਸੀਂ ਗਲਤ ਹੋ ਜੀ ਤੇ ਉਸ ਗੱਲ ਤੇ ਵੀ ਇਹ ਪਲ ਪਲ ਦੂਜਿਆਂ ਨੂੰ ਹੇਟ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਂ ਤੇਰੇ ਤੋਂ ਉਮਰ ਵਿੱਚ ਵੱਡਾ, ਤਜਰਬੇ ਵਿੱਚ ਵੱਡਾ। ਕਈ ਵਾਰ ਇਹ ਵੀ ਗੱਲਾਂ ਸਾਡੇ ਸਾਹਮਣੇ ਆ ਜਾਂਦੀਆਂ ਹਨ। ਸਤਿਗੁਰੂ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਹਉਮੈ ਕਿੱਥੋਂ ਉਪਜੈ, ਹੁਣ ਹੰਕਾਰ ਪੈਦਾ ਕਿੱਥੋਂ ਹੋਇਆ। ਇਸ ਗੱਲ ਨੂੰ ਸਤਿਗੁਰੂ ਸਪਸ਼ਟ ਕਰਦੇ ਆ ਵੀਰ ਜੀ। ਉਹ ਕਹਿੰਦੇ ਹਨ ਕਿ ਹਉਮੈ ਕਿੱਥੋਂ ਉਪਜੈ ਕਿਤ ਸੰਜਮ ਏ ਜਾਏ। ਵੀ ਭਾਈ ਦੱਸੋ ਕਿਹੜਾ ਐਸਾ ਨਿਯਮ ਹੈ, ਕਿਹੜੀ ਐਸੀ ਮਰਿਆਦਾ ਹੈ ਜਿਸ ਦੇ ਅਧੀਨ ਜੀਵਨ ਕੀਤਿਆਂ ਮਨੁੱਖ ਦਾ ਹੰਕਾਰ ਦੂਰ ਹੋ ਸਕਦਾ। ਸਤਿਗੁਰੂ ਬੜੇ ਹੀ ਸੁਚੱਜੇ ਢੰਗ ਨਾਲ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ ਹਉਮੈ ਕਿੱਥੋਂ ਉਪਜੈ ਕਿਤ ਸੰਜਮ ਏ ਜਾਏ, ਹਉਮੈ ਇਹੋ ਹੁਕਮ ਹੈ ਪਿਆ ਕਿਰਤ ਫਿਰਾਏ। ਕਹਿੰਦੇ ਭਾਈ ਇਹ ਹੰਕਾਰ ਵੀ ਰੱਬ ਦਾ ਹੁਕਮ ਹੀ ਹੈ। ਹੁਣ ਹੰਕਾਰ ਅਸੀਂ ਕਹਾਂਗੇ ਹੰਕਾਰ ਰੱਬ ਦਾ ਹੁਕਮ, ਇਹ ਨੈਚੁਰਲੀ ਜਿਵੇਂ ਹੋਰ ਜੀਵਾਂ ਨੂੰ ਪ੍ਰਮਾਤਮਾ ਨੇ ਗੁਣ ਜਾਂ ਔਗੁਣ ਦਿੱਤੇ ਹੋਏ ਨੇ, ਇਸ ਤਰ੍ਹਾਂ ਮਨੁੱਖ ਨੂੰ ਵੀ ਇਹ ਵਿਕਾਰ ਜਿਨ੍ਹਾਂ ਵਿੱਚੋਂ ਅਸੀਂ ਹਉਮੈ ਦਾ ਜ਼ਿਕਰ ਕਰ ਰਹੇ ਹਾਂ, ਇਸ ਵਿਚਾਰ ਦੇ ਅਧੀਨ ਹਉਮੈ ਦਾ ਜ਼ਿਕਰ ਕਰਦੇ ਹਾਂ, ਮੈਂ ਦਾ ਜ਼ਿਕਰ ਕਰਦੇ ਹਾਂ। ਸਾਹਿਬ ਕਹਿੰਦੇ ਨੇ ਕਿ ਹਉਮੈ ਇਹੋ ਹੁਕਮ ਹੈ। ਭਾਵ ਜੇ ਬੰਦਾ ਹੁਕਮ ਨੂੰ ਸਮਝ ਲਏ ਤੇ ਆਪਣੇ ਹੰਕਾਰ ਨੂੰ ਆਪਣੇ ਸਵੈਮਾਨ ਵਾਸਤੇ ਵਰਤਦਾ ਹੋਵੇ, ਆਪਣੀ ਇੱਜ਼ਤ ਨੂੰ ਬਚਾਈ ਰੱਖਣ ਵਾਸਤੇ ਹੰਕਾਰ ਦਾ ਮਤਲਬ ਇਹ ਨਾ ਲਵੇ ਕਿ ਮੈਂ ਦੂਜਿਆਂ ਤੇ ਰੋਹਬ ਪਾਉਣਾ ਹੈ ਜਾਂ ਮੈਂ ਦੂਜਿਆਂ ਨੂੰ ਆਪਣੇ ਅਧੀਨ ਕਰਕੇ ਰੱਖਣਾ। ਇਸ ਦੀ
ਜਿਵੇਂ ਕਹਿੰਦੇ ਅਸੀਂ ਇਸ ਨੂੰ ਬਦਲ ਲਏ, ਇਸ ਦਾ ਬਦਲਵਾਂ ਰੂਪ ਇਹ ਸਮਝੇ ਕਿ ਮੈਂ ਸਵੈਮਾਨ ਨਾਲ ਜੀਣਾ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਹਉਮੈ ਇਹੋ ਹੁਕਮ ਹੈ ਪਿਆ ਕਿਰਤ ਫਰਾਏ, ਹੰਕਾਰ ਦੇ ਅਧੀਨ ਬੰਦਾ ਰਹਿੰਦਾ ਪਰ ਇਹ ਮਾਲਕ ਦੀ ਰਜ਼ਾ, ਜੇ ਮਾਲਕ ਦੀ ਰਜ਼ਾ ਨੂੰ ਸਮਝ ਲਈਏ। ਨਾਨਕ ਹੁਕਮ ਹੈ ਜੇ ਬੁਝੈ, ਆਪਾਂ ਹੁਣੇ ਵਿਚਾਰ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰ ਬਾਣੀ ਵਿੱਚੋਂ, ਜਪਜੀ ਵਿੱਚੋਂ। ਸਾਹਿਬ ਕਹਿੰਦਾ ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ। ਜੇ ਕਿਤੇ ਮਨੁੱਖ ਨੂੰ ਹੰਕਾਰ ਦੀ ਸਮਝ ਆ ਜਾਏ, ਹੁਕਮ ਨੂੰ ਬੰਦਾ ਬੁੱਝ ਲਏ, ਤੇ ਫਿਰ ਹੰਕਾਰ ਦਾ ਉਹੀ ਗੱਲ ਗੁਰੂ ਅੰਗਦ ਸਾਹਿਬ ਜੀ ਇੱਥੇ ਸ਼ਲੋਕ ਵਿੱਚ ਸਮਝਾਉਂਦੇ ਨੇ। ਕਹਿੰਦੇ ਨੇ ਹਉਮੈ ਕਿੱਥੋਂ ਉਪਜੈ ਕਿਰਤ ਸੰਜਮ ਇਹ ਜਾਏ, ਹਉਮੈ ਇਹੋ ਹੁਕਮ ਹੈ ਪਿਆ ਕਿਰਤ ਫਰਾਏ। ਹਉਮੈ ਦੀਰਘ ਰੋਗ ਹੈ, ਬੇਸ਼ੱਕ ਇਹ ਲੰਮਾ ਰੋਗ ਹੈ, ਇਹ ਛੇਤੀ ਛੱਡਣ ਵਾਲਾ ਨਹੀਂ ਬੰਦੇ ਨੂੰ, ਪਰ ਨਾਲ ਕਹਿੰਦੇ ਨੇ ਦਾਰੂ ਪੀ ਇਸ ਮਾਹੇ। ਹੁਣ ਦਾਰੂ ਇਸ ਵਿੱਚ ਕਿੱਦਾਂ ਹੈ, ਇਹ ਅਸੀਂ ਬਾਣੀ ਵਿੱਚੋਂ ਜੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਸਤਿਗੁਰੂ ਬੜੇ ਪਿਆਰ ਨਾਲ ਇਸ ਗੱਲ ਨੂੰ ਸਮਝਾਉਂਦੇ ਨੇ। ਅੱਗੇ ਅਸੀਂ ਗੁਰੂ ਰਾਮਦਾਸ ਜੀ ਦਾ ਸੂਹੀ ਰਾਗ ਵਿੱਚ ਇੱਕ ਬੜਾ ਪਿਆਰਾ ਸ਼ਬਦ ਹੈ, ਉਸ ਨੂੰ ਅਸੀਂ ਵਿਚਾਰਾਂਗੇ ਤੇ ਉਹ ਸਾਡੀ ਸਮਝ ਵਿੱਚ ਆ ਜਾਏਗਾ। ਸਾਹਿਬ ਕਹਿੰਦੇ ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜੇ ਮਨੁੱਖ ਉੱਤੇ ਗੁਰੂ ਗਿਆਨ ਦੀ ਰਹਿਮਤ ਹੋ ਜਾਏ, ਗੁਰੂ ਗਿਆਨ ਦੀ ਕਿਰਪਾ ਹੋ ਜਾਏ, ਭਾਵ ਜੇ ਮਨੁੱਖ ਆਪਣੀ ਮੈਂ ਨੂੰ ਛੱਡ ਕੇ ਸੱਚੇ ਗੁਰੂ ਦੇ ਸੱਚੇ ਉਪਦੇਸ਼ ਨੂੰ ਕਮਾਉਣਾ ਸ਼ੁਰੂ ਕਰਦਾ ਹੈ ਤੇ ਇਸ ਹੰਕਾਰ ਤੋਂ ਬਚਿਆ ਜਾ ਸਕਦਾ। ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾ। ਜੀ ਕਹਿੰਦੇ ਨੇ ਭਾਈ ਇਹ ਜਿਹੜਾ ਹੰਕਾਰ ਦਾ ਰੋਗ ਲੱਗਾ ਹੋਇਆ ਮਨੁੱਖ ਨੂੰ, ਹੇ ਭਾਈ ਹੇ ਨਾਨਕ ਸੁਣੋ ਭਰਾਵੋ, ਇਹ ਜਾਣ ਦਾ ਇੱਕੋ ਹੀ ਤਰੀਕਾ ਹੈ ਕਿ ਸਤਿਗੁਰੂ ਜੀ ਦੀ ਸ਼ਰਨ ਵਿੱਚ ਬੰਦਾ ਆ ਜਾਏ। ਜੀ ਬਿਲਕੁਲ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਹੀ ਹੈ ਜਿਹੜਾ ਸਾਨੂੰ ਇਸ ਹਉਮੈ ਦੀ ਰੋਗ ਤੋਂ ਕਿਤੇ ਨਾ ਕਿਤੇ ਮੁਕਤ ਕਰ ਸਕਦਾ ਹੈ। ਕਿਤੇ ਨਾ ਕਿਤੇ ਸਾਨੂੰ ਗੁਰੂ ਹੀ ਹੈ, ਐਸੇ ਗੁਰ ਕੋ ਬਲਬਲ ਜਾਈਏ ਆਪ ਮੁਕਤ ਮੋਹਿ ਤਾਰੇ। ਅਸੀਂ ਉਸ ਗੁਰੂ ਤੋਂ ਵਾਰੇ ਜਾਂਦੇ ਹਾਂ ਜਿਹੜੇ ਖੁਦ ਤੋਂ ਮੁਕਤ ਹੋਈ ਜਾਂਦੇ ਨੇ ਤੇ ਨਾਲ ਸਾਨੂੰ ਵੀ ਮੁਕਤ ਕਰਦੇ ਨੇ। ਸਾਨੂੰ ਇਸੇ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਜੇਕਰ ਇਸ ਹਉਮੈ ਦੇ, ਇਸ ਅਹੰਕਾਰ ਦੇ, ਇਸ ਵੱਡੇ ਰੋਗ ਤੋਂ ਪਰੇ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਦਾ ਆਸਰਾ, ਭਾਵ ਗੁਰਬਾਣੀ ਦਾ ਆਸਰਾ ਲੈਣਾ ਪਏਗਾ। ਗੁਰਬਾਣੀ ਵਿੱਚ ਵੱਖ-ਵੱਖ ਤਰੀਕੇ ਨਾਲ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਨੁੱਖ ਨੂੰ ਇਸ ਜ਼ੋਨ ਵਿੱਚ ਆ ਕੇ, ਮਨੁੱਖ ਦੀ ਜ਼ੋਨ ਵਿੱਚ ਆ ਕੇ ਕਿਸ ਤਰ੍ਹਾਂ ਅਸੀਂ ਇਸ ਰੋਗ ਤੋਂ ਪਰੇ ਹੋ ਸਕਦੇ ਹਾਂ, ਕਿਸ ਤਰ੍ਹਾਂ ਇਹ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਇਸ ਰੋਗ ਦਾ, ਜੇਕਰ ਅਸੀਂ ਇਸ ਰੋਗ ਤੋਂ ਗ੍ਰਸਿਤ ਹਾਂ, ਵੈਸੇ ਤਾਂ ਦੁਨੀਆ ਵਿੱਚ ਕੋਈ ਵਿਰਲਾ ਹੀ ਹੈ ਜਿਹੜਾ ਇਸ ਰੋਗ ਤੋਂ ਗ੍ਰਸਿਤ ਨਹੀਂ ਹੋਏਗਾ, ਤੇ ਇਸ ਰੋਗ ਤੋਂ ਗ੍ਰਸਿਤ ਹੋਣ ਤੋਂ ਬਾਅਦ ਇਸ ਦਾ ਉਪਚਾਰ ਕੀ ਹੈ ਸਾਨੂੰ ਇਹ ਸਮਝਣ ਦੀ ਲੋੜ ਹੈ। ਤੇ ਇਸ ਤੇ ਅਸੀਂ ਆਪਣੀ ਧਰਮ ਵਿਚਾਰ ਅੱਗੇ ਵੀ ਜਾਰੀ ਰੱਖਾਂਗੇ। ਇੱਕ ਛੋਟੇ ਜਿਹੇ ਬ੍ਰੇਕ ਵਾਸਤੇ ਰੁਕ ਰਹੇ ਹਾਂ, ਪਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਜੇਕਰ ਤੁਹਾਡੇ ਮਨ ਵਿੱਚ ਕੋਈ ਵਿਚਾਰ, ਕੋਈ ਵੀ ਸੁਝਾਅ ਇਸ ਧਰਮ ਵਿਚਾਰ ਨੂੰ ਲੈ ਕੇ ਤੁਸੀਂ ਸਾਨੂੰ ਈਮੇਲ ਦੇ ਰਾਹੀਂ ਭੇਜ ਸਕਦੇ ਹੋ। ਸਾਡਾ ਈਮੇਲ ਐਡਰੈਸ ਨੋਟ ਕਰੋ, ikonkar@gmail.com। ਜੇਕਰ ਤੁਸੀਂ ਆਪਣੇ ਵਿਚਾਰ ਸਾਨੂੰ SMS ਰਾਹੀਂ ਭੇਜਣਾ ਚਾਹੁੰਦੇ ਹੋ, ਤੁਹਾਨੂੰ ਬਸ ਇੰਨਾ ਕਰਨਾ ਹੈ ਆਪਣੇ ਮੈਸੇਜ ਬਾਕਸ ਵਿੱਚ ਜਾ ਕੇ ਇੱਕ ਓਂਕਾਰ ਟਾਈਪ ਕਰਕੇ ਸਪੇਸ ਆਪਣਾ ਸਵਾਲ, ਸਪੇਸ ਆਪਣਾ ਨਾਮ ਟਾਈਪ ਕਰਕੇ ਤੁਸੀਂ ਕਿੱਥੋਂ ਆਪਣਾ SMS ਭੇਜ ਰਹੇ ਹੋ ਉਹ ਵੀ ਟਾਈਪ ਕਰਕੇ ਭੇਜ ਦੇਣਾ ਹੈ 57575 ਤੇ। ਸਾਧ ਸੰਗਤ ਜੀ, ਇੱਕ ਛੋਟੇ ਜਿਹੇ ਬ੍ਰੇਕ ਵਾਸਤੇ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਜਲਦ ਵਾਪਸ ਆਨੇ ਆ ਜੀ। फांसी देने की सज़ा जो है वो प्रिंसीपल्स के मुताबिक होनी चाहिए, जज की मर्जी मुताबिक नहीं होनी चाहिए। क्यों नहीं साबित हो रही विदेशों ਵਿੱਚ ਸਿੱਖਾਂ ਦੀ ਵੱਖਰੀ ਪਹਿਚਾਣ? ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਤਾਂ ਕਿ ਜਿਹੜੀ ਸਾਡੀ ਸਰੂਪ ਦੀ ਪਛਾਣ ਆ ਉਹ ਹੋਰ ਪੱਕੇ ਪੈਰੀ ਹੋ ਸਕੇ। ਤੁਸੀਂ ਵੀ ਮੰਨਦੇ ਹੋ ਕਿ ਕਰਪਸ਼ਨ ਦਾ ਬੋਲਬਾਲਾ ਸੀ? ਤੁਸੀਂ ਮੇਰੀ ਦੁਬਦੀ ਰੱਖ ਤੇ ਹੱਥ ਰੱਖਤਾ। ਗਰਮ ਮੁੱਦੇ ਸੋਮਵਾਰ ਤੋਂ ਸ਼ੁੱਕਰਵਾਰ ਰਾਤੀ 8:30 ਵਜੇ ਸਿਰਫ ਜ਼ੀ ਪੰਜਾਬੀ ਤੇ। ਖਬਰਾਂ ਜੋ ਸੁਰਖੀਆਂ ਨਹੀਂ ਬਣਦੀਆਂ, ਨਜ਼ਾਰੇ ਜੋ ਦੁਰਲਭ ਬੜੇ, ਹਸਾਉਂਦੇ ਵੀ ਤਰਸਾਉਂਦੇ ਵੀ ਤੇ ਹੈਰਾਨ ਵੀ ਨਹੀਂ ਕਰਦੇ। ਹਵਾ ਹੋਵੇ ਪਾਣੀ ਜਾਂ ਹੋਵੇ ਜ਼ਮੀਨ, ਇਨਸਾਨ ਪਸ਼ੂ ਜਾਂ ਹੋਵੇ ਮਸ਼ੀਨ, ਐਕਸ਼ਨ ਦਾ ਕਮਾਲ, ਕੈਮਰੇ ਦਾ ਕਮਾਲ। ਵੇਖੋ ਨਿਊਜ਼ ਐਕਸਟਰਾ ਹਰ ਵੀਰਵਾਰ ਸ਼ਾਮੀ 4:30 ਵਜੇ ਅਤੇ ਰਾਤੀ 10:30 ਵਜੇ। ਨਵਾਂ ਰੂਪ, ਨਵੇਂ ਪ੍ਰੋਗਰਾਮ ਅਤੇ ਨਵੀਂ ਸੋਚ। ਜ਼ੀ ਪੰਜਾਬੀ, ਖਬਰ ਵੀ, ਖਿਆਲ ਵੀ। ਬ੍ਰੇਕ ਤੋਂ ਬਾਅਦ ਆਪ ਜੀ ਦਾ ਮੁੜ ਸਵਾਗਤ ਹੈ। ਅਸੀਂ ਦੇਖਦੇ ਹਾਂ ਕਿ ਅਸੀਂ ਰੋਗਾਂ ਨਾਲ ਬੜੇ ਪਰੇਸ਼ਾਨ ਹੋ ਜਾਂਦੇ ਹਾਂ। ਰੋਗ ਮਾਨਸਿਕ ਹੁੰਦੇ ਨੇ, ਸਰੀਰਕ ਹੁੰਦੇ ਨੇ, ਪਰ ਜੇਕਰ ਅਸੀਂ ਉਹਨਾਂ ਦੀ ਮੂੜ ਜੜ ਵੱਲ ਜਾਣ ਦੀ ਕੋਸ਼ਿਸ਼ ਕਰੀਏ,
ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹਨਾਂ ਸਾਰਿਆਂ ਰੋਗਾਂ ਦਾ ਕੀ ਕਾਰਨ ਹੈ, ਤਾਂ ਅਸੀਂ ਕਿਤੇ ਨਾ ਕਿਤੇ ਆਪਣੇ ਮਨ ਦੀ ਸਥਿਤੀ ਵੱਲ ਪਹੁੰਚ ਜਾਵਾਂਗੇ। ਯਾਨੀ ਅਸੀਂ ਮਨੋਵਿਗਿਆਨ ਦੀ ਗੱਲ ਕਰਨ ਲੱਗ ਪਾਂਗੇ, ਕਿਉਂਕਿ ਜਿਹੜੇ ਸਾਡੇ ਸਾਰੇ ਰੋਗ ਸ਼ੁਰੂ ਹੁੰਦੇ ਨੇ ਉਹ ਮਨ ਤੋਂ ਹੀ ਸ਼ੁਰੂ ਹੁੰਦੇ ਨੇ, ਤੇ ਮਨ ਨੂੰ ਵਿਕਾਰਾਂ ਨੇ ਘੇਰਿਆ ਹੋਇਆ ਹੈ। ਜੇਕਰ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹਨਾਂ ਦੇ ਵਸ ਹੋ ਕੇ ਹੀ ਸਾਰੇ ਕੰਮ ਕਰਨੇ ਹਾਂ। ਜੇਕਰ ਅਸੀਂ ਇਹ ਵੀ ਨਹੀਂ ਕਿ ਇਹ ਬੁਰੇ ਨੇ, ਇਹਨਾਂ ਤੋਂ ਅਸੀਂ ਪਰਹੇਜ਼ ਕਰਨਾ ਹੈ, ਪਰ ਅਸੀਂ ਇਹਨਾਂ ਸਾਰਿਆਂ ਵਿਕਾਰਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਪਰ ਇਹ ਕਰਨਾ ਕਿਵੇਂ ਹੈ? ਇਹ ਗੁਰੂ ਦੀ ਸੇਧ ਲੈ ਕੇ। ਤੇ ਇਸ ਲਈ ਅੱਜ ਅਸੀਂ ਆਪਣੀ ਧਰਮ ਵਿਚਾਰ ਵਿੱਚ ਵਿਚਾਰ ਕਰ ਰਹੇ ਹਾਂ, ਜੋ ਜੋ ਦਿਸੈ ਸੋ ਸੋ ਰੋਗੀ। ਤੇ ਸਾਧ ਸੰਗਤ ਜੀ, ਅਸੀਂ ਆਪਣੀ ਇਸ ਵਿਚਾਰ ਨੂੰ ਅੱਗੇ ਵੀ ਜਾਰੀ ਰੱਖਾਂਗੇ। ਇੱਥੇ ਸਭ ਤੋਂ ਪਹਿਲਾਂ ਆਓ ਹੁਣ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਦਰ ਸ਼੍ਰੀ ਦਰਬਾਰ ਸਾਹਿਬ ਤੋਂ ਪ੍ਰਵਾਨ ਹੋਏ ਹੁਕਮਨਾਮੇ ਦੇ ਵਿਚਾਰ ਨੂੰ ਸ਼ਰਵਣ ਕਰਦੇ ਹਾਂ, ਤੇ ਕੋਸ਼ਿਸ਼ ਕਰਨੇ ਹਾਂ ਕਿ ਅਸੀਂ ਹੁਕਮਨਾਮੇ ਦੇ ਅਰਥ ਨੂੰ ਸਮਝ ਸਕੀਏ ਤੇ ਉਸ ਤੇ ਅਮਲ ਕਰ ਸਕੀਏ। ਆਓ ਸ਼ਰਵਣ ਕਰਦੇ ਹਾਂ ਗੁਰਪ੍ਰਸਾਦ ਰੂਪੀ ਪਾਵਨ ਹੁਕਮਨਾਮਾ। ਸਤਨਾਮ ਸਤਨਾਮ ਜੀ, ਵਾਹਿਗੁਰੂ 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 ਜੀ। ਸੋਰਠ ਮਹਿਲਾ ਤੀਜਾ। ਦੋ ਤੁਕੇ ਸਤਿਗੁਰ ਮਿਲਿਆ, ਉਲਟੀ ਭਈ ਭਾਈ। ਜੀਵਤ ਮਰੈ ਤਾਂ ਬੂਝ ਪਾਏ, ਮਨ ਰੇ ਹਰ ਹਰ ਸੇਤੀ ਲਿਵ ਲਾਏ। ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਂ। ਅੱਜ ਜੋ ਹੁਕਮ ਦਰਬਾਰ ਸਾਹਿਬ ਤੋਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਸੋਰਠ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਮੁਬਾਰਕ ਬਚਨ ਹੈ। ਇਸ ਬਚਨ ਦੀਆਂ ਆਰੰਭਲੀਆਂ ਤੁਕਾਂ ਅਸੀਂ ਪੜ੍ਹੀਆਂ। ਸਤਿਗੁਰੂ ਰਹਿਮਤ ਕਰਦਿਆਂ ਇਸ ਸ਼ਬਦ ਦੀ ਮੁਬਾਰਕ ਪਹਿਲੀ ਤੁਕ ਅੰਦਰ ਫਰਮਾਉਂਦੇ ਹਨ, ਸਤਿਗੁਰ ਮਿਲਿਆ ਉਲਟੀ ਭਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਸਤ ਦੀ ਸਿੱਖਿਆ ਨੂੰ ਗ੍ਰਹਿਣ ਕਰਦਿਆਂ ਹੈ ਭਾਈ, ਮਨੁੱਖ ਦੀ ਸੋਚ ਵਿਕਾਰਾਂ ਵੱਲੋਂ ਬਦਲ ਜਾਂਦੀ ਹੈ ਅਤੇ ਉਸ ਨੂੰ ਆਪਣੇ ਆਤਮਿਕ ਜੀਵਨ ਦੀ ਸੋਝੀ ਪੈ ਜਾਂਦੀ ਹੈ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ ਹੈ ਭਾਈ। ਜੋ ਵੀ ਸਿੱਖ ਗੁਰੂ ਦੇ ਗਿਆਨ ਦੇ ਜ਼ਰੀਏ ਆਪਣੇ ਆਪ ਨੂੰ ਗੁਰੂ ਗਿਆਨ ਵਿੱਚ ਇਕਮਿਤ ਕਰ ਲੈਂਦਾ ਹੈ, ਉਹੀ ਅਸਲ ਵਿੱਚ ਸਿੱਖ ਅਖਵਾ ਸਕਦਾ ਹੈ। ਮਨ ਰੇ ਹਰ ਹਰ ਸੇਤੀ ਲਿਵ ਲਾਏ। ਹੇ ਮਨ, ਉਸ ਪ੍ਰਮਾਤਮਾ ਦੇ ਨਾਮ ਵਿੱਚ ਆਪਣਾ ਮਨ ਜੋ ਜੁੜਿਆ ਰਹਿ। ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਏ ਰਹਾਓ। ਹੇ ਮਨ, ਪਰਮੇਸ਼ਰ ਦੇ ਗੁਣਾ ਰੂਪ ਨਾਮ ਨੂੰ ਆਪਣੇ ਵਾਸਤੇ ਹਮੇਸ਼ਾ ਭਲਾਈ ਵਾਲਾ ਤੇ ਮਿੱਠਾ ਜਾਣ। ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਨਾਲ ਜੁੜਿਆ ਰਹੋ। ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨਮੁਖ ਦੂਜੈ ਪਾਏ। ਬਿਨਾਂ ਗੁਰੂ ਗਿਆਨ ਤੋਂ ਜੀਵਨ ਵਿੱਚ ਪਰਮੇਸ਼ਰ ਭਗਤੀ ਅਤੇ ਸੱਚੇ ਗੁਣਾਂ ਨਾਲ ਕੋਈ ਪ੍ਰੀਤ ਨਹੀਂ ਬਣਦੀ। ਮਨਮੁਖ ਇਨਸਾਨ ਹਮੇਸ਼ਾ ਹੀ ਗੁਰੂ ਦੀ ਸਿੱਖਿਆ ਨੂੰ ਤਿਆਗ ਕੇ ਅਤੇ ਦੂਜੇ ਪਿਆਰ ਵਿੱਚ ਭਾਵ ਮਾਇਆ ਦੇ ਹੋਰ ਬੰਧਨਾਂ ਵਿੱਚ ਬੰਦੇ ਰਹਿੰਦੇ ਹਨ। ਤੂੰ ਕੁੱਟੈ ਮਨਮੁਖ ਕਰਮ ਕਰੈ ਭਾਈ, ਪੱਲੇ ਕਿਛੂ ਨਾ ਪਾਏ। ਐਸੇ ਮਨੁੱਖ ਫਜ਼ੂਲ ਦੇ ਹੋਰ ਧਾਰਮਿਕ ਕਰਮ ਕਰਦੇ ਰਹਿੰਦੇ ਹਨ। ਉਹਨਾਂ ਦਾ ਇਹ ਕੰਮ ਇੱਦਾਂ ਹੁੰਦਾ ਜਿਵੇਂ ਤੂੰ ਨੂੰ ਕੁੱਟੀ ਜਾਈਦਾ, ਪਰ ਉਸ ਵਿੱਚ ਕੋਈ ਲਾਭ ਨਹੀਂ ਮਿਲਦਾ। ਗੁਰ ਮਿਲਿਆ ਨਾਮ ਮਨ ਰਵਿਆ ਭਾਈ, ਸਾਚੀ ਪ੍ਰੀਤ ਪਿਆਰ। ਜਿਸ ਨੂੰ ਵੀ ਗੁਰੂ ਰੂਪੀ ਗਿਆਨ ਦੀ ਸਿੱਖਿਆ ਗ੍ਰਹਿਣ ਕਰਨ ਦਾ ਸਮਾਂ ਮਿਲਦਾ ਹੈ ਅਤੇ ਜੋ ਵੀ ਆਪਣੇ ਮਨ ਵਿੱਚ ਸੱਚੇ ਪਰਮੇਸ਼ਰ ਦੇ ਗੁਣਾ ਰੂਪੀ ਨਾਮ ਨੂੰ ਵਸਿਆ ਸਮਝਦਾ ਹੈ, ਉਹ ਜ਼ਿੰਦਗੀ ਵਿੱਚ ਸੱਚੇ ਪਿਆਰ ਨੂੰ, ਸੱਚੀ ਪ੍ਰੀਤ ਨੂੰ, ਪਰਮੇਸ਼ਰ ਨਾਲ ਬਣੀ ਪ੍ਰੀਤ ਨੂੰ ਸਮਝ ਲੈਂਦਾ ਹੈ। ਸਦਾ ਹਰ ਕੇ ਗੁਣ ਰਵੈ ਭਾਈ, ਗੁਰ ਕੈ ਹੇਤ ਅਪਾਰ। ਸਦਾ ਹੀ ਉਹ ਆਪਣੇ ਆਪ ਨੂੰ ਪਰਮੇਸ਼ਰ ਦੇ ਗੁਣਾਂ ਵਿੱਚ ਰੰਗ ਲੈਂਦਾ ਹੈ। ਹੇ ਭਾਈ, ਉਸ ਦਾ ਪਿਆਰ ਹਮੇਸ਼ਾ ਹੀ ਪਰਮੇਸ਼ਰ ਨਾਲ ਬਣਿਆ ਰਹਿੰਦਾ। ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ। ਇਸ ਜੀਵਨ ਵਿੱਚ ਮਨੁੱਖਾ ਜਨਮ ਵਿੱਚ ਉਸ ਦਾ ਆਇਆ ਹੋਇਆ ਹੈ ਭਾਈ ਪ੍ਰਵਾਨ ਸਮਝਿਆ ਜਾ ਸਕਦਾ ਹੈ। ਜੋ ਮਨੁੱਖ ਗੁਰੂ ਦੁਆਰਾ ਦੱਸੀ ਹੋਈ ਜੀਵਨ ਵਿੱਚ ਸੇਵਾ ਘਾਲਦਾ ਹੈ, ਨਾਨਕ ਨਾਮ ਹਰ ਪਾਈਐ ਭਾਈ, ਗੁਰ ਸ਼ਬਦੀ ਮੇ ਲਾਏ। ਹੇ ਨਾਨਕ, ਪਰਮੇਸ਼ਰ ਦਾ ਗੁਣਾ ਰੂਪੀ ਨਾਮ
ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੇ ਰਾਹੀਂ ਹੀ ਮਿਲਦਾ ਹੈ ਤੇ ਇਸ ਦੇ ਜ਼ਰੀਏ ਹੀ ਮਨੁੱਖ ਆਪਣੇ ਜੀਵਨ ਨੂੰ ਚੰਗਾ ਸਹੀ ਸਲੀਕੇ ਨਾਲ ਜੀਣ ਦਾ ਢੰਗ ਤਰੀਕਾ ਅਪਣਾ ਲੈਂਦਾ ਹੈ। ਤੇ ਏਸੀਐਸ ਦਾ ਪਾਵਨ ਹੁਕਮਨਾਮਾ ਜਿਹੜਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਦੇ ਪਾਵੰਦਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਨੂੰ ਅੱਜ ਬਖਸ਼ਿਸ਼ ਹੋਇਆ ਜੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਹੁਕਮਨਾਮੇ ਦੇ ਮਿਲੇ ਅਰਥਾਂ ਨੂੰ ਆਪਣੇ ਮਨ ਵਿੱਚ ਵਸਾ ਸਕੀਏ ਤੇ ਜਿਸ ਤਰ੍ਹਾਂ ਅੱਜ ਗਿਆਨੀ ਜੀ ਅਸੀਂ ਆਪਣੀ ਵਿਸ਼ਾ ਜਿਹੜਾ ਜੋ ਦਿਸ ਹੈ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਇਸ ਦਾ ਵਿਸ਼ਾ ਲਿਆ ਹੈ ਤੇ ਜਿਹਦੇ ਵਿੱਚ ਅਸੀਂ ਹੋਮੇ ਦੀ ਗੱਲ ਕਰ ਲਈ, ਹੋਮੇ ਦਾ ਉਪਚਾਰ ਵੀ ਉਸ ਦੇ ਬਾਰੇ ਵੀ ਗੱਲ ਕੀਤੀ ਤੇ ਹੋਰ ਕਿਹੜੇ ਰੋਗ ਨੇ ਜਿਨ੍ਹਾਂ ਬਾਰੇ ਗੁਰਬਾਣੀ ਵਿੱਚ ਸਾਨੂੰ ਅਸੀਂ ਜਦੋਂ ਇਸ ਸ਼ਬਦ ਨੂੰ ਅੱਗੇ ਪੜ੍ਹਦੇ ਹਾਂ ਤੇ ਸਤਿਗੁਰੂ ਨੇ ਇੱਕ ਇੱਥੇ ਹਾਥੀ ਦੀ ਉਦਾਹਰਨ ਦਿੱਤੀ ਹੈ। ਸਾਹਿਬ ਫਰਮਾਉਂਦੇ ਨੇ ਕਿ ਕਾਮ ਰੋਗ ਮੈਗਲ ਬਸ ਲੀਨਾ, ਕਿ ਵਾਸ਼ਨਾਵਾਂ ਦੇ ਵਿੱਚ ਵੱਜਾ ਹੋਇਆ ਹੈ ਇੱਕ ਹਾਥੀ। ਨੈਚੁਰਲੀ ਜਿਹੜੇ ਜੀਵ ਪਰਮੇਸ਼ਰ ਨੇ ਬਣਾਏ ਨੇ, ਹਾਥੀ ਨੂੰ ਨੈਚੁਰਲੀ ਉਹ ਗੁਣ ਮਿਲਿਆ ਹੋਇਆ ਜੀ ਤੇ ਉਹ ਗੁਣ ਕਈ ਵਾਰ ਉਸ ਤੇ ਨੁਕਸਾਨਦਾਈ ਬਣ ਜਾਂਦਾ। ਹੁਣ ਅਸੀਂ ਬਾਣੀ ਵਿੱਚ ਜਦੋਂ ਵਿਚਾਰਾਂਗੇ ਕਿ ਸਤਿਗੁਰੂ ਹਾਥੀ ਨੂੰ ਤੇ ਸਮਝਾਉਣਾ ਨਹੀਂ ਚਾਹੁੰਦੇ ਜੀ, ਉਹਨੇ ਤੇ ਆਪਣੇ ਉਹ ਜਿਹੜਾ ਕਾਰ ਵਿਹਾਰ ਪ੍ਰਮਾਤਮਾ ਵੱਲੋਂ ਉਸ ਨੂੰ ਮਿਲਿਆ ਹੋਇਆ ਉਸ ਵਿੱਚ ਆਪਣਾ ਰੁੱਝੇ ਰਹਿਣਾ ਹੈ ਤੇ ਉਸ ਦੀ ਸਜ਼ਾ ਵੀ ਉਹ ਭੁਗਤਦਾ। ਸਤਿਗੁਰੂ ਨੇ ਬਾਣੀ ਵਿੱਚ ਸਾਨੂੰ ਉਹ ਗੱਲ ਸਮਝਾਈ ਹੈਗੀ ਹੈ ਤੇ ਨਾਲ ਹੀ ਅਸੀਂ ਸੋਚਾਂਗੇ ਵੀ ਹੁਣ ਸਮਝਣ ਦੀ ਗੱਲ ਇਹ ਹੈ ਕਿ ਅਸਲ ਵਿੱਚ ਕਿਸ ਮੈਗਲ ਦੀ, ਕਿਸ ਹਾਥੀ ਦੀ, ਕਿਸ ਕੁੰਚਰ ਦੀ, ਇਹ ਸਾਰੇ ਸ਼ਬਦ ਹਾਥੀ ਵਾਸਤੇ ਸਾਹਿਬ ਨੇ ਬਾਣੀ ਵਿੱਚ ਵਰਤੇ ਹਨ, ਉਹ ਕਿਸ ਦੀ ਗੱਲ ਕੀਤੀ ਜਾ ਰਹੀ ਹੈ। ਕਿਉਂਕਿ ਹਾਥੀ ਨੂੰ ਤੇ ਸਮਝਾਉਣਾ ਨਹੀਂ, ਸਮਝਾਇਆ ਤੇ ਮਨੁੱਖ ਨੂੰ ਜਾ ਰਿਹਾ, ਮਨੁੱਖ ਨੂੰ ਸਮਝਾਈ ਰਿਹਾ। ਇਸ ਲਈ ਸਤਿਗੁਰੂ ਕਹਿੰਦੇ ਨੇ ਕਾਮ ਰੋਗ ਮੈਗਲ ਬਸ ਲੀਨਾ, ਕਾਮ ਦੇ ਅਧੀਨ ਹੋਇਆ ਜਿਹੜਾ ਹਾਥੀ ਹੈ ਉਹ ਆਪਣਾ ਜੀਵਨ ਬਰਬਾਦ ਕਰ ਲੈਂਦਾ। ਉਸ ਨੂੰ ਪਕੜਨ ਵਾਲੇ ਅਸੀਂ ਦੇਖਦੇ ਹਾਂ ਬਾਣੀ ਵਿੱਚ ਸਤਿਗੁਰੂ ਪ੍ਰਮਾਣ ਦਿੰਦੇ ਨੇ, ਕਾਲਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਤੇ ਹੋ ਜਗਦੀਸ਼, ਕਾਮ ਸਵਾਏ ਗੱਜ ਬਸ ਬਰੈ ਮਨ ਬੌਰਾ ਰੇ, ਅੰਕੁਸ਼ ਸਹਿਓ ਸੀਸ। ਵੀ ਜਦੋਂ ਹਾਥੀ ਨੂੰ ਪਕੜਦੇ ਆ ਤੇ ਇੱਕ ਡੁਪਲੀਕੇਟ ਕਾਗਜ਼ੀ ਜੋ ਹੈ ਮਾਦਾ ਹਾਥੀ ਬਣਾ ਕੇ ਉਸ ਨੂੰ ਪਕੜਿਆ ਜਾਂਦਾ, ਫਿਰ ਕੁੱਟਿਆ ਮਾਰਿਆ ਜਾਂਦਾ, ਭੁੱਖਾ ਰੱਖਿਆ ਜਾਂਦਾ ਤੇ ਇਤਨਾ ਵਿਸ਼ਾਲ, ਇਤਨਾ ਤਾਕਤਵਰ ਜੋ ਹੈ ਇਹ ਜੀਵ, ਇੱਕ ਛੋਟੇ ਜਿਹੇ ਆਪਣੇ ਭਾਰ ਦਾ ਉਸਦਾ ਪਤਾ ਨਹੀਂ ਕਿਤਨਾ ਇਹ ਹਿੱਸਾ ਹੈ, ਉਸ ਦੇ ਸਾਹਮਣੇ ਉਸ ਦੇ ਛੋਟੇ ਜਿਹੇ ਇੱਕ ਅੰਕੁਸ਼ ਦੇ ਇਸ਼ਾਰੇ ਤੇ ਉੱਠਦਾ ਬੈਠਦਾ ਚੱਲਦਾ ਫਿਰਦਾ ਅਤੇ ਇੱਥੋਂ ਤੱਕ ਕਿ ਬੱਚੇ ਵੀ ਉਸ ਤੇ ਜਾ ਕੇ ਆਪਣੇ ਪੈਰ ਮਾਰਦੇ ਹਨ, ਉਹ ਉਸ ਦੇ ਅਧੀਨ ਹੋ ਜਾਂਦਾ। ਅਸਲ ਵਿੱਚ ਸਤਿਗੁਰੂ ਕਹਿੰਦੇ ਨੇ ਕਿ ਅਸਲ ਵਿੱਚ ਇਹ ਸਮਝਣ ਦੀ ਲੋੜ ਹੈ ਕਿ ਸਤਿਗੁਰੂ ਕਿਰਪਾ ਕਰਦੇ ਆ ਬਾਣੀ ਵਿੱਚ ਜਿਹੜੀ ਇਹ ਵਿਚਾਰ ਨੂੰ ਸਮਝਾਉਂਦੇ ਨੇ ਉਹ ਕਿੱਦਾਂ ਸਮਝਾਉਂਦੇ ਨੇ ਕਿ ਅਸਲ ਵਿੱਚ ਇਹ ਹਾਥੀ ਕੌਣ ਹੈ ਜੀ। ਕਿਉਂਕਿ ਸਾਡੀ ਗੱਲ ਹੋ ਰਹੀ ਹੈ, ਸਾਨੂੰ ਸਮਝਾਇਆ ਜਾ ਰਿਹਾ, ਇਸ ਲਈ ਸਾਹਿਬ ਕਹਿੰਦੇ ਮਨ ਮੈਗਲ ਸਾਕਤ ਦੇਵਨ ਜੀ। ਸਾਡਾ ਮਨ ਹੀ ਅਸਲ ਵਿੱਚ ਹਾਥੀ ਦਾ ਰੂਪ ਧਾਰਨ ਕਰ ਚੁੱਕਾ। ਜਦੋਂ ਸਾਡੇ ਮਨ ਵਿੱਚ ਵਾਸ਼ਨਾਵਾਂ ਕਾਮ ਹਾਵੀ ਹੁੰਦਾ ਤੇ ਅਸੀਂ ਦੇਖਦੇ ਹਾਂ ਅੱਜ ਕੱਲ ਆਪਾਂ ਨਿਊਜ਼ ਉੱਤੇ ਵੀ ਆਮ ਟੀਵੀ ਵਿੱਚ ਖਬਰਾਂ ਆਉਂਦੀਆਂ, ਪੇਪਰ ਵਿੱਚ ਖਬਰਾਂ ਆਉਂਦੀਆਂ ਕਿ ਬੱਚਾ ਜਦੋਂ ਵੀ ਇਨਸਾਨ ਕਾਮੀ ਹੋ ਜਾਂਦਾ, ਆਪਣੇ ਰਿਸ਼ਤਿਆਂ ਦਾ ਲਿਹਾਜ਼ ਨਹੀਂ ਕਰਦਾ, ਇੱਥੋਂ ਤੱਕ ਕਿ ਮਾਸੂਮ ਬੱਚਿਆਂ ਦਾ ਵੀ ਲਿਹਾਜ਼ ਨਹੀਂ ਕਰਦਾ ਆਪਣੀ ਉਸ ਵਾਸ਼ਨਾ ਦੀ ਸ਼ਾਂਤੀ ਵਾਸਤੇ, ਉਹ ਹੱਦ ਬੰਨੇ ਸਮਾਜ ਦੀਆਂ ਸਾਰੀਆਂ ਸੀਮਾ ਟੱਪ ਜਾਂਦਾ, ਭਾਵੇਂ ਉਸ ਦੇ ਬਦਲੇ ਉਸ ਨੂੰ ਜਿਤਨੀ ਮਰਜ਼ੀ ਸਜ਼ਾ ਮਿਲਦੀ ਹੋਵੇ, ਚਾਹੇ ਉਸ ਨੂੰ ਮੌਤ ਵੀ ਮਿਲਦੀ ਹੋਵੇ, ਬਿਲਕੁਲ ਉਸ ਹਾਥੀ ਵਾਲਾ ਹਾਲ। ਇਸ ਦੇ ਪਿੱਛੇ ਸਾਡਾ ਮਨ ਕੰਮ ਕਰ ਰਿਹਾ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਮਨ ਮੈਗਲ ਸਾਕਤ ਦੇਵਾਨਾ, ਬਨ ਖੰਡ ਮਾਇਆ ਮੋਹ ਹੈਰਾਨਾ ਜੀ। ਇਸ ਸਰੀਰ ਰੂਪੀ ਜੰਗਲ ਵਿੱਚ ਇਹ ਮਨ ਰੂਪੀ ਹੰਕਾਰੀ ਹਾਥੀ ਮਸਤ ਹੋਇਆ ਤੁਰਿਆ ਫਿਰਦਾ। ਸਾਹਿਬ ਕਹਿੰਦੇ ਜਦੋਂ ਚਾਹੇ ਇਸ ਉੱਤੇ ਆਪਣਾ, ਇਸ ਸਰੀਰ ਉੱਤੇ ਕਰਮ ਅਤੇ ਗਿਆਨ ਇੰਦਰੀਆਂ ਦੇ ਰਾਹੀਂ ਆਪਣਾ ਪ੍ਰਭਾਵ ਬਣਾ ਲੈਂਦਾ। ਤੇ ਅਸੀਂ ਇਸ ਰੋਗ ਤੋਂ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ? ਸਤਿਗੁਰੂ ਬੜੇ ਪਿਆਰੇ ਲਫ਼ਜ਼ ਇਸ ਬਾਰੇ ਵੀਦੀ ਦਿੰਦੇ ਹਨ। ਅਸੀਂ ਬਾਣੀ ਵਿੱਚੋਂ ਕਈ ਵਾਰ ਮੁੱਖ ਵਾਕ ਹੁਕਮ ਦੇ ਰੂਪ ਵਿੱਚ ਇਹ ਸ਼ਬਦ ਸਰਵਣ ਕਰਦੇ ਹਾਂ। ਸਾਹਿਬ ਕਹਿੰਦੇ ਨੇ ਹਸਤੀ ਸਿਰ ਜਿਉ ਅੰਕਸ਼ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ। ਜਿਵੇਂ ਹਾਥੀ ਦੇ ਸਿਰ ਉੱਤੇ ਮੁਹਾਵਤ ਦਾ ਕੁੰਡਾ, ਇਦਾਂ ਆਪਣੇ ਮਨ ਨੂੰ, ਤਨ ਨੂੰ, ਕਿਉਂਕਿ ਮਨ ਅਤੇ ਤਨ ਦੀ ਅਟੈਚਮੈਂਟ ਬਣੀ ਰਹਿਣੀ ਹੈ। ਸਾਡੀਆਂ ਅੱਖਾਂ, ਸਾਡੇ ਕੰਨ, ਸਾਡੀ ਰਸਨਾ, ਸਾਡੇ ਹੱਥ ਪੈਰ, ਇਹ ਸਾਰੇ ਸਾਡੇ ਕਰਮ ਅਤੇ ਗਿਆਨ ਇੰਦਰੀ ਜਿਹੜੇ ਨੇ ਉਹ ਸਾਡੇ ਮਨ ਨੂੰ ਸੰਕੇਤ ਦਿੰਦੇ ਨੇ। ਅੱਖਾਂ ਨਾਲ ਅਸੀਂ ਕਿਸੇ ਦਾ ਰੂਪ ਤੱਕਦੇ ਹਾਂ, ਧਨ ਤੱਕਦੇ ਹਾਂ, ਕੰਨਾਂ ਨਾਲ ਅਸੀਂ ਜੇ ਵਿਕਾਰੀ ਗੱਲਾਂ ਸੁਣ ਰਹੇ ਹਾਂ ਜਾਂ ਜ਼ੁਬਾਨ ਨਾਲ ਵਿਕਾਰੀ ਗੱਲਾਂ ਕਰ ਰਹੇ ਹਾਂ, ਸੁਭਾਵਿਕ ਹੈ ਇਹ ਸਾਰੇ ਸੰਕੇਤ ਸਾਡਾ ਮਨ ਗ੍ਰਹਿਣ ਕਰ ਰਿਹਾ ਤੇ ਉਸ ਦੇ ਆਧਾਰ ਤੇ ਫਿਰ ਸਾਡਾ ਸਰੀਰ, ਕਰਮ ਅਤੇ ਗਿਆਨ ਇੰਦਰੀ ਹਰਕਤ ਵਿੱਚ ਆਉਂਦੇ ਆ। ਸਾਹਿਬ ਕਹਿੰਦੇ ਨੇ ਕਿ ਹਸਤੀ ਸਿਰ ਜਿਉ ਅੰਕਸ਼ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ। ਆਪਣਾ ਮਨ, ਆਪਣਾ ਤਨ ਭਾਵ ਆਪਣਾ ਸਮੁੱਚਾ ਜੀਵਨ, ਆਪਣੇ ਨੇਤਰ, ਆਪਣੇ ਕੰਨ, ਆਪਣੀ ਜੀਵਾ, ਆਪਣਾ ਸਮੁੱਚਾ ਜੀਵਨ ਜਿਹੜਾ ਹੈ ਉਹ ਗੁਰੂ ਗਿਆਨ ਦੇ ਅਧੀਨ ਕਰੋ ਭਾਈ ਜੀ, ਤੇ ਫਿਰ ਉਹ ਬਹੁ ਹੈ ਸਿੱਧੇ ਰਸਤੇ ਤੇ ਆ ਜਾਏਗਾ। ਕਬੀਰ ਸਾਹਿਬ ਜੀ ਨੇ ਬੜੇ ਮੁਬਾਰਕ ਬਚਨ ਕੀਤੇ ਨੇ, ਕਹਿੰਦੇ ਨੇ ਇਹ ਮਨ ਤੇ ਇਤਨਾ
ਭਿਆਨਕ ਰੂਪ ਧਾਰਨ ਕਰ ਚੁੱਕਾ ਹੈ। ਕਬੀਰ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਪਾਏ। ਜੀ ਕਹਿੰਦੇ ਨੇ ਜ਼ਿੰਦਗੀ ਨੂੰ ਮੁਕਤ ਕਰਨ ਦਾ ਜਿਹੜਾ ਦਰਵਾਜ਼ਾ ਜੇ ਬੜਾ ਉਹ ਸੌੜਾ ਹੈ, ਬੜਾ ਭੀੜਾ ਹੈ, ਪਰ ਇਹ ਮਨ ਸਾਹਿਬ ਕਹਿੰਦੇ ਮਨ ਤੋਂ ਮੈਗਲ ਹੋਏ ਰਿਹਾ ਨਿਕਸਿਆ ਕਿਉਂ ਖੋਜਾ। ਮਨ ਤੇ ਹਾਥੀ ਬਣਿਆ ਫਿਰਦਾ। ਇਹ ਕਿਵੇਂ ਇਸ ਮੁਕਤੀ ਦੇ ਪਾਪ ਜੀਵਨ ਨੂੰ ਮੁਕਤ ਕਰਨ ਦੇ ਦਰਵਾਜ਼ੇ ਵਿੱਚੋਂ ਪਾਰ ਹੋਏਗਾ। ਸਾਹਿਬ ਜੀ ਬੜੇ ਮੁਬਾਰਕ ਬਚਨ ਕਬੀਰ ਸਾਹਿਬ ਜੀ ਕਹਿੰਦੇ ਨੇ ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਓ। ਜੀ ਜੇ ਕਿਤੇ ਚੰਗੇ ਸੱਚ ਰੂਪੀ ਗੁਰੂ ਗਿਆਨ ਦੇ ਉਪਦੇਸ਼ ਨੂੰ ਗ੍ਰਹਿਣ ਕਰ ਲਈਏ ਤੇ ਟੁੱਟ ਕੇ ਗੁਰੂ ਗਿਆਨ ਦੀ ਪਰਮੇਸ਼ਰ ਦੀ ਰਹਿਮਤ ਹੋ ਜਾਏ। ਜਿਸ ਤਰ੍ਹਾਂ ਕਬੀਰ ਸਾਹਿਬ ਜੀ ਅੱਜ ਦਾ ਜਿਹੜਾ ਵਿਸ਼ਾ ਉਹਦੇ ਵਿੱਚ ਇਹ ਰੋਗ ਰਹਿਤ ਮੇਰਾ ਸਤਿਗੁਰੂ ਹਾਂ ਜਿਵੇਂ ਸੱਚ ਦਾ ਗਿਆਨ ਰੋਗ ਰਹਿਤ ਹੈ, ਪਰਮੇਸ਼ਰ ਖੁਦ ਗਿਆਨ ਰੋਗ ਰਹਿਤ ਹੈ, ਤੇ ਪਰਮੇਸ਼ਰ ਦੇ ਮਾਰਗ ਤੇ ਚੱਲਣ ਵਾਲਾ ਸਤਿਗੁਰੂ ਵੀ ਸਾਰੇ ਰੋਗਾਂ ਤੋਂ ਨਿਜਾਤ ਪਾ ਚੁੱਕੇ ਹਨ। ਉਹ ਵੀ ਸਾਰੇ ਭਗਤਾਂ ਦੀ ਅਸੀਂ ਗੱਲ ਲੈ ਸਕਦੇ ਹਾਂ, ਉਹਨਾਂ ਗੁਰਸਿੱਖਾਂ ਦੀ ਗੱਲ ਲੈ ਸਕਦੇ ਹਾਂ, ਜਾਂ ਗੁਰੂ ਸਾਹਿਬ ਦੀ ਗੱਲ ਲੈ ਸਕਦੇ ਹਾਂ ਕਿ ਸਾਰਿਆਂ ਨੇ ਜੀਵਨ ਨੂੰ ਸੰਜਮੀ ਬਣਾਇਆ, ਭਾਵ ਇਹਨਾਂ ਸਾਰੇ ਰੋਗਾਂ ਨੂੰ ਕੰਟਰੋਲ ਵਿੱਚ ਰੱਖਿਆ। ਕਬੀਰ ਸਾਹਿਬ ਦੀ ਲਾਸਟ ਵਾਲੀ ਪੰਕਤੀ ਇਸ ਸ਼ਬਦ ਦੀ ਕਹਿੰਦੇ ਹਨ ਕਿ ਜਦੋਂ ਇਹ ਐਸਾ ਸਤਿਗੁਰ ਜੇ ਮਿਲਿਆ ਤੁਠਾ ਕਰੇ ਪਸਾਓ, ਤੇ ਫਰਮਾਉਂਦੇ ਨੇ ਮੁਕਤ ਦੁਆਰਾ ਮੁਕਲਾ ਸਹਿਜੇ ਆਵੋ ਜਾਓ। ਜੀ ਜ਼ਿੰਦਗੀ ਦਾ ਕਹਿੰਦੇ ਫਿਰ ਆਉਣ ਜਾਣ ਦਾ ਪਾਪ, ਜ਼ਿੰਦਗੀ ਦਾ ਸਫ਼ਰ ਬੜਾ ਹੀ ਸੁਹਾਵਣਾ ਅਤੇ ਸੌਖਾ ਹੋ ਜਾਏਗਾ। ਇਹ ਦੂਜਾ ਰੋਗ ਜਦੋਂ ਸਾਡਾ ਬਿਆਨ ਕਰਦੇ ਨੇ ਕਿ ਮਨ ਕਾਮੀ ਹੈ, ਮਨ ਹੀ ਹਾਥੀ ਦਾ ਰੂਪ ਧਾਰਨ ਕਰ ਚੁੱਕਾ ਹੈ, ਤੇ ਮਨ ਨੇ ਹੀ ਵਿਕਾਰਾਂ ਤੋਂ ਬਚਣਾ ਹੈ ਗੁਰੂ ਗਿਆਨ ਦੇ ਅਧੀਨ ਅਸੀਂ ਜੀਵਨ ਕਰਾਂਗੇ। ਕੱਲਾ ਗੱਲੀ ਬਾਤੀ ਇਹ ਬਚੇਗਾ ਨਹੀਂ ਜੀ। ਹਾਂਜੀ, ਤੋ ਸਤਿਗੁਰੂ ਕਿਰਪਾ ਕਰਦੇ ਆ। ਜਦੋਂ ਅੱਗੇ ਰੋਗ ਦਾ ਜ਼ਿਕਰ ਕਰਦੇ ਨੇ ਸਾਹਿਬ ਕਹਿੰਦੇ ਦ੍ਰਿਸ਼ਟ ਰੋਗ ਪਚ ਗਏ ਪਤੰਗਾ, ਕਿ ਅੱਖਾਂ ਦਾ ਰੋਗ ਪਤੰਗੇ ਨੂੰ ਲੱਗਾ ਹੋਇਆ। ਪਤੰਗਾ ਜੋ ਹੈ ਆਪਾਂ ਦੇਖਦੇ ਹਾਂ ਸ਼ਮਾ ਉੱਤੇ ਜਾਂਦਾ ਹੈ, ਉਹ ਭੰਬੜ ਸ਼ਮਾ